साहिब जी अमय दृष्ट शुभ करै हरै अग पाप सकल मल काम क्रोध अर लोभ मोह वस करै सबै बल सदा सुख मन वसै दुख संसार है खोवै गुर नाम न दरियाओ जन्म हम कालख धोवै सो कहो टल गुर सेवियै अहनस सहज सुभाए दर्शन परसै गुरु कै जन्म मरण दुख जाए। वाहिगुरु साहिब जी गौड़ी महला पंजवा। जाको तुम भय समरथ अंगा ताको कश नाही कालंगा। जाको तुम भय समरथ अंगा ताको कश नाही कालंगा। माधो जाको है आस तुम्हारी ताको कश नाही संसारी रहाओ। जाकै हृदय ठाकुर होए ताको सहसा नाही कोय। जाको तुम दीनी प्रभ धीर ताकै निकट ना आवे पीर। कहो नानक मैं सो गुर पाया पार ब्रह्म पूर्ण देखाया। कहो नानक मैं सो गुर पाया पार ब्रह्म पूर्ण देखाया। वाहिगुरु जी का खालसा वाहिगुरु जी की फतेह। सतगुरु साहिब जी दे पावन पवित्र मुबारक चरनां दे विच सज बैठे जुड़ बैठे मिल बैठे गुरु प्यारिओ वड्डियां भागां वाले जीव जे जिन्हां नूं सतगुरु साहिब जी दी पावन पवित्र चरण सरन विच जुड़ बैठण दा सुहावना मान प्राप्त होया। अति सत्कारयोग भाई साहब भाई सरबजीत सिंह जी रंगीला जिन्हां पासों आप जी ने सतगुरु साहिब जी की इलाही बाणी का कीर्तन सरवण किया उपरंत सतगुरु साहिब जी के इस इलाही दरबार विच सतगुरु साहिब जी की इलाही बाणी की जो लड़ीवार विचार चल रही है। चवर छतर तख्त के मालक सतगुरु धन आदि श्री गुरु ग्रंथ साहिब जी महाराज जीओ की इलाही बाणी का फरमान 188 अंक के उत्ते शहीदां दे सरताज शांति दे पुंज बाणी दे बोहित पंजवें पातशाह साहिब श्री गुरु अर्जन देव जी महाराज साहिब जी की मुबारक रसना तो गौड़ी राग दे विच
ਬਖਸ਼ਿਆ ਹੋਏ ਫਰਮਾਨ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜਿਸ ਫਰਮਾਨ ਵਿੱਚ ਸਤਿਗੁਰੂ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਮਾਧੋ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਾਸ਼ ਨਾਹੀ ਸੰਸਾਰੀ। ਜਿਹਨੂੰ ਵਾਹਿਗੁਰੂ ਅਕਾਲ ਪੁਰਖ ਮਾਧੋ ਇਸ ਮਾਇਆ ਦਾ ਪਤੀ, ਮਾਇਆ ਦਾ ਮਾਲਕ ਹੋਣ ਕਰਕੇ ਉਹਦਾ ਇੱਕ ਨਾਮ ਮਾਧੋ ਏ, ਜਿਸ ਨੂੰ ਤੇਰੀ ਆਸ ਹੈ। ਸਿੱਖ ਧਰਮ ਦੀ ਫਿਲਾਸਫੀ ਅਨੁਸਾਰ, ਸਿਧਾਂਤ ਅਨੁਸਾਰ ਸਿੱਖ ਨੂੰ ਆਸ ਨਹੀਂ ਹੁੰਦੀ। ਇਹ ਸਿੱਖ ਧਰਮ ਦੀ ਫਿਲਾਸਫੀ ਹੈ। ਵੱਖਰੇ ਵੱਖਰੇ ਧਰਮਾਂ ਦੇ ਸਾਈਨ ਚਿੰਨ੍ਹ ਨੇ ਅਰਦਾਸ ਕਰਨ ਦੇ। ਸਿੱਖੀ ਦਾ ਅਰਦਾਸ ਕਰਨ ਦਾ ਜਿਹੜਾ ਸਾਈਨ ਚਿੰਨ੍ਹ ਨੇ ਉਹ ਦੁਨੀਆ ਦੇ ਸਾਰੇ ਧਰਮਾਂ ਤੋਂ ਨਿਆਰਾ ਹੈ। ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਇਸਲਾਮ ਦੀ ਦੁਨੀਆ ਦੇ ਵਿੱਚ ਉਹ ਦੁਆ ਕਹਿੰਦੇ ਆ, ਅੱਜ ਤਾਂ ਮੱਕੇ ਦੀ ਦੁਆ ਵੀ ਟੀਵੀ 'ਤੇ ਵੇਖੀ ਜਾ ਸਕਦੀ ਹੈ। ਜਦੋਂ ਉਹ ਦੁਆ ਕਰਦੀ ਆ ਤੇ ਉਹਨਾਂ ਦੇ ਹੱਥ ਇਉਂ ਹੁੰਦੇ ਆ। ਮੇਰੇ ਕਈ ਸੱਜਣ ਮੁਸਲਮਾਨ ਮਿੱਤਰ ਨੇ ਜਿਨ੍ਹਾਂ ਦੇ ਨਾਲ ਇਸ ਦੀ ਬਾਬਤ ਵਿਚਾਰ ਵੀ ਹੋਈ ਕਿ ਜਦੋਂ ਤੁਸੀਂ ਦੁਆ ਕਰਦੇ ਜੇ, ਤੁਸੀਂ ਹੱਥ ਇਉਂ ਕਿਉਂ ਕਰਦੇ ਜੇ? ਜਿਹੜੇ ਮੁਸਲਮਾਨ ਵੀਰ ਸਾਡੇ ਟੁੱਟੇ ਹੋਏ ਸਿੱਖਾਂ ਬਾਰੇ ਜਾਣਦੇ ਸੀ, ਉਹਨਾਂ ਨੇ ਇੱਕ ਤੰਜ ਵੀ ਕੱਸਿਆ ਵੀ ਅਸੀਂ ਤੁਹਾਡੇ ਟੁੱਟੇ ਹੋਏ ਸਿੱਖਾਂ ਵਰਗੇ ਮੜੀਆਂ ਮਸਾਣਾਂ ਦੇ ਉੱਤੇ ਜਾਂ ਕਬਰਾਂ ਉੱਤੇ ਮੰਗਣ ਵਾਲੇ ਨਹੀਂ। ਅਸੀਂ ਹੱਥ ਜਦੋਂ ਇਉਂ ਕਰਦੇ ਹਾਂ ਤੇ ਖੁਦਾ ਕੋਲੋਂ ਮੰਗਦੇ ਹਾਂ ਵੀ ਖੁਦਾ ਤੂੰ ਦੇ, ਤੇਰੇ ਕੋਲੋਂ ਮੰਗਦੇ ਹਾਂ। ਸੋ ਸੈਯਦ ਮੁਹੰਮਦ ਸਾਹਿਬ ਨੇ ਮੇਰੇ ਕੋਲ ਇੱਕ ਵਾਰੀ ਸਵਾਲ ਕੀਤਾ ਵੀ ਤੁਸੀਂ ਵੀ ਦੱਸ ਦਿਓ ਵੀ ਤੁਸੀਂ ਆਪਣੀ ਦੁਆ ਕਿਸ ਤਰ੍ਹਾਂ ਕਰਦੇ ਜੇ। ਮੈਂ ਉਹਨਾਂ ਨੂੰ ਆਖਿਆ ਸੀ ਕਿ ਤੁਹਾਡੇ ਸਾਈਨ ਚਿੰਨ੍ਹ ਤੁਹਾਨੂੰ ਮੁਬਾਰਕ ਬਹੁਤ ਵਧੀਆ ਨੇ, ਪਰ ਸਾਡਾ ਦੁਆ ਕਰਨ ਦਾ, ਅਰਦਾਸ ਕਰਨ ਦਾ ਜਿਹੜਾ ਸਾਈਨ ਚਿੰਨ੍ਹ ਨੇ ਉਹ ਤੁਹਾਡੇ ਤੋਂ ਬੜਾ ਅਮੀਰ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਸੀਂ ਦੋਵੇਂ ਹੱਥ ਇਉਂ ਜੋੜਦੇ ਹਾਂ। ਦੋਵੇਂ ਹੱਥ ਜੋੜਨ ਦਾ ਮਤਲਬ ਹੈ, ਇੱਕ ਸਟਿੱਕਰ ਹੀ ਬਹੁਤ ਚੱਲਿਆ ਕਿ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸਿਮਰਨ ਔਰ ਸ਼ੁਕਰਗੁਜ਼ਾਰ ਹੋਣਾ। ਵੈਸੇ ਇਹਦੇ ਜਿਹੜੇ ਲਿਖੇ ਗਏ ਨੇ ਇਹ ਸਿੱਖ ਸਿਧਾਂਤ ਦੀ ਫਿਲਾਸਫੀ ਤੋਂ ਅਣਜਾਣ ਦੇ ਲਿਖੇ ਹੋਏ ਆ। ਸਿੱਖ ਨੂੰ ਮੰਗਣ ਦੀ ਲੋੜ ਨਹੀਂ, ਸਿੱਖ ਦੀ ਆਸ ਨਹੀਂ। ਸਿੱਖ ਤੇ ਦਿੱਤੇ ਹੋਏ ਦਾ ਸ਼ੁਕਰਾਨਾ ਕਰਦਾ। ਹੱਥ ਜੋੜਨਾ ਮੰਗਣਾ ਨਹੀਂ, ਹੱਥ ਜੋੜਨਾ ਜਿਹੜਾ ਹੈ ਉਹ ਉਸ ਵਾਹਿਗੁਰੂ ਅੱਗੇ ਦਿੱਤੇ ਦਾ ਸ਼ੁਕਰਾਨਾ ਕਰਨਾ ਹੈ। ਜਿਸ ਤਰ੍ਹਾਂ ਇੱਕ ਮਾਂ ਪਿਓ ਦੇ ਘਰ ਬੱਚੇ ਨੇ ਜਨਮ ਲਿਆ, ਉਸ ਬੱਚੇ ਨੂੰ ਮੰਗਣ ਦੀ ਲੋੜ ਨਹੀਂ ਪਈ ਮਾਂ ਕੋਲੋਂ ਕਿ ਮੈਂ ਦੁੱਧ ਪੀਣਾ ਹੈ। ਮਾਂ ਨੇ ਆਪ ਹੀ ਲੋੜ ਸਮਝ ਕੇ ਉਹਨੂੰ ਦੁੱਧ ਪਿਆਇਆ। ਉਸ ਬੱਚੇ ਨੂੰ ਸ਼ਾਇਦ ਕੱਪੜਿਆਂ ਦਾ ਵੀ ਗਿਆਨ ਨਹੀਂ ਸੀ। ਉਹਦੇ ਮਾਂ ਪਿਓ ਨੂੰ ਪਤਾ ਸੀ ਕਿ ਇਹਨੂੰ ਕੱਪੜਿਆਂ ਦੀ ਲੋੜ ਹੈ। ਕੱਲ੍ਹ ਉਹ ਕਿਤੇ ਸਰੀਰ ਢਿੱਲਾ ਹੋਇਆ, ਸਿਹਤ ਬਿਮਾਰ ਹੋਈ, ਉਹਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਊਗਾ ਬਿਮਾਰ ਹੋਇਆ, ਪਰ ਉਹਦੇ ਮਾਂ ਪਿਓ ਨੇ ਆਪ ਦਵਾਈ ਦਵਾਈ ਹੈ ਕਿ ਇਸ ਬੱਚੇ ਨੂੰ ਲੋੜ ਹੈ। ਇੱਕ ਦੁਨਿਆਵੀ ਮਾਂ ਪਿਓ ਦੀ ਬਾਤ ਹੈ। ਜਿਹੜਾ ਵਾਹਿਗੁਰੂ ਅਕਾਲ ਪੁਰਖ ਜਿਹਦੇ ਅਸੀਂ ਬੱਚੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹਨੂੰ ਪਤਾ ਹੈ ਕਿ ਸਾਨੂੰ ਕੀ ਲੋੜ ਹੈ ਔਰ ਜੋ ਲੋੜ ਹੈ ਉਹ ਸਾਨੂੰ ਦੇ ਰਿਹਾ ਹੈ। ਇਸ ਵਾਸਤੇ ਹੀ ਦਿੱਤੇ ਦਾ ਸ਼ੁਕਰਾਨਾ ਕਰਨਾ ਹੈ। ਅਤੇ ਜੇ ਅਸੀਂ ਇਹ ਆਖੀਏ ਵੀ ਉਹਨੂੰ ਪਤਾ ਨਹੀਂ, ਫਿਰ ਤਾਂ ਇਹ ਕਹਿਣਾ ਪਊਗਾ, ਫਿਲਾਸਫੀ ਇਹ ਕਹੂਗੀ ਕਿ ਉਹ ਵਾਹਿਗੁਰੂ ਅਣਜਾਣ ਹੈ। ਸਿੱਖ ਜਿਹੜਾ ਹੈ ਉਹ ਆਸ ਤੋਂ ਬਾਹਰ ਹੈ। ਪਰ ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫਰਮਾਨ ਵਿੱਚ ਰਹਾਉ ਦੀ ਪੰਕਤੀ 'ਚ ਇਹ ਬਚਨ ਫਰਮਾਏ ਨੇ, ਮਾਧੋ ਜਾਂ ਕੋ ਹੈ ਆਸ ਤੁਮਾਰੀ। ਜਿਸ ਦਿਨ ਸਿੱਖ ਨੂੰ ਗਿਆਨ ਹੋ ਜਾਂਦਾ ਹੈ, ਸਤਿਗੁਰ ਦੀ ਬਖਸ਼ਿਸ਼ ਹੋ ਜਾਂਦਾ ਹੈ, ਉਸ ਦਿਨ ਸਤਿਗੁਰ ਵੀ ਕਹੇ ਨਾ ਵੀ ਸਿੱਖਾ ਮੰਗ,
ਤੇ ਸਿੱਖ ਦਾ ਅੱਗੂ ਜਵਾਬ ਇਹ ਸੀ, ਸਤਿਗੁਰੂ ਤੁਹਾਡੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਇੰਨਾ ਕੁਝ ਪ੍ਰਾਪਤ ਹੋ ਗਿਆ ਹੈ ਕਿ ਹੁਣ ਮੋਕਸ਼ ਮੰਗਣ ਦੀ ਲੋੜ ਨਹੀਂ ਲਈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹ ਵਿਚਾਰ ਆਪਣੀਆਂ ਗਜ਼ਲਾਂ ਵਿੱਚ ਵੀ ਲਿਖੇ ਆ, ਉਹਨਾਂ ਦੇ ਇਤਿਹਾਸ ਵਿੱਚ ਵੀ ਨੇ ਕਿ ਜਦੋਂ ਉਹ ਕਿਲ੍ਹਾ ਹੋਲਗੜ੍ਹ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਸਿਫਤ ਲਿਖ ਰਹੇ ਸੀ, ਵਾਹੋ ਵਾਹੋ ਗੁਰਪਤਿਤ ਉਦਾਹਰਨਿੰਗ, ਵਾਹ ਅਚਰਜ ਮੇਰਾ ਗੁਰੂ ਜਿਹੜਾ ਪਾਪੀਆਂ ਨੂੰ ਤਾਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਸਿਫਤ ਸੁਣ ਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਭਾਈ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੀ ਸਿਫਤ ਕੀਤੀ ਹੈ, ਸਲਾਹ ਕੀਤੀ ਹੈ, ਗੁਰੂ ਨਾਨਕ ਦਾ ਗੁਣ ਗਾਇਆ ਹੈ, ਦੱਸੋ ਤੁਹਾਡੇ ਕੋਲ ਆਸ, ਜੋ ਤੁਸੀਂ ਮੰਗੋ ਤੁਹਾਨੂੰ ਦੇ ਦਿਆਂ। ਭਾਈ ਸਾਹਿਬ ਨੇ ਉਹਨਾਂ ਬਚਨਾਂ ਨੂੰ ਬਾਣੀ 'ਚ ਲਿਖਿਆ, ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾਹ ਹਾਸਲ। ਕਾਸ ਲਫ਼ਜ਼ ਅਰਬੀ ਤੇ ਫਾਰਸੀ ਦਾ ਹੈ, ਅਰਬੀ 'ਚ ਇਹਦੇ ਅਰਥ ਹੋਰ ਨੇ ਤੇ ਫਾਰਸੀ 'ਚ ਹੋਰ ਨੇ। ਫਾਰਸੀ 'ਚ ਇਹਦੇ ਅਰਥ ਨੇ ਕਾਸ ਨੂੰ, ਜਿਨ੍ਹਾਂ ਨੂੰ ਤੇਰੇ ਪਵਿੱਤਰ ਪਾਵਨ ਦਰਸ਼ਨ ਦੀਦਾਰੇ ਹੋ ਜਾਂਦੇ ਨੇ, ਉਹਨਾਂ ਨੂੰ ਮੁਰਾਦੇ ਉਮਰ ਰਾਹ ਹਾਸਲ, ਉਹਨਾਂ ਨੂੰ ਉਮਰ ਭਰ ਦੀਆਂ ਸਾਰੀਆਂ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਨੇ। ਇਸ ਵਾਸਤੇ ਸਤਿਗੁਰੂ ਜਿਸ ਦਿਨ ਤੇਰੀ ਦਰਸ਼ਨ ਦੀਦਾਰੇ ਹੋਏ ਸੀ ਉਸ ਦਿਨ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਸੀ, ਹੁਣ ਕੋਈ ਆਸ ਹੋਰ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਨਹੀਂ ਭਾਈ ਸਾਹਿਬ ਜੀ ਆਪ ਜੀ ਕੁਛ ਨਾ ਕੁਛ ਤੇ ਮੰਗ ਲਵੋ ਨਾ। ਕਹਿਣ ਲੱਗੇ, ਸਤਿਗੁਰੂ ਫਿਰ ਇਹ ਕਿਰਪਾ ਕਰ ਦਿਓ, ਸਿੱਖ ਦੀ ਆਸ ਕਿਹੋ ਜਿਹੀ ਏ, ਸਵਦ ਕੁਰਸਾਂ ਦਰ ਖਾਕ ਰਾਹੇ ਸੋਹਬਤੇ। ਜੇ ਤੁਸੀਂ ਫਿਰ ਵੀ ਟੁੱਟੇ ਜੇ, ਫਿਰ ਮੇਰੀ ਅਰਦਾਸ ਸੇ ਮੇਰੀ ਆਸ ਏ ਕਿ ਮੈਂ ਕੁਰਬਾਨ ਉੱਥੋਂ ਹੋਵਾਂ ਜਿਹੜੀ ਤੇਰੀ ਦਰ 'ਤੇ ਸੰਗਤ ਆਉਂਦੀ ਏ, ਜਿੱਥੇ ਉਹਨਾਂ ਦੇ ਚਰਨ ਲੱਗੇ ਨੇ, ਮੈਂ ਉਸ ਮਿੱਟੀ ਤੋਂ ਕੁਰਬਾਨ ਹੋ ਜਾਵਾਂ। ਸਤਿਗੁਰ ਕਹਿਣ ਲੱਗੇ, ਭਾਈ ਸਾਹਿਬ ਜੀ ਕੁਛ ਹੋਰ ਮੰਗ ਲਓ। ਕਹਿਣ ਲੱਗੇ, ਦਿਲ ਗੋਇਆ ਹਮੀਰਾ ਆਰਜ਼ੂ ਕਰਦ, ਮੇਰੇ ਮਨ ਦਾ ਮਨੋਰਥ ਹੀ ਇਹ ਆ, ਮੇਰੀ ਕੋਈ ਹੋਰ ਆਸਾ ਨਹੀਂ। ਜਿਸ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਤੱਕ ਆਸ ਹੋਗੀ। ਦੁਨਿਆਵੀ ਫਿਲਾਸਫੀ ਹੋ ਰਹੇ, ਇਹ ਨਹੀਂ ਕਿ ਦੁਨਿਆਵੀ ਬੰਦਾ ਅਰਦਾਸ ਨਹੀਂ ਕਰ ਸਕਦਾ, ਦੁਨਿਆਵੀ ਆਵੇ ਕਿ ਉਹ ਇਸ ਦਰ ਦੇ ਉੱਤੇ ਆ ਕੇ ਕੋਈ ਆਸ ਲੈ ਕੇ ਆਵੇ ਉਸ ਵਾਹਿਗੁਰੂ ਅੱਗੇ, ਉਹ ਦੁੱਧ ਮੰਗੇ, ਉਹ ਪੁੱਤ ਮੰਗੇ, ਉਹ ਧਨ ਦੌਲਤ ਮੰਗੇ, ਉਹਨੂੰ ਮਿਲੇਗਾ। ਪਰ ਸਿੱਖ ਏਡਾ ਉੱਚਾ ਸੁੱਚਾ ਹੋ ਜਾਂਦਾ ਹੈ ਕਿ ਸਿੱਖ ਨੂੰ ਪਤਾ ਹੈ ਕਿ ਬਹੁਤ ਵੱਡੀ ਚੀਜ਼ ਮੰਗਾਂ ਗੁਰੂ ਕੋਲ ਆਸ ਲਾਉਣੀ ਹੈ, ਫਿਰ ਉਹਦੀ ਆਸ ਹੁੰਦੀ, ਦਾਤਿਆ ਮੇਰੇ ਹਿਰਦੇ ਵਿੱਚ ਨਾਮ ਦੇ ਦੇ। ਸਿੱਖ ਦੀ ਆਸ ਦੁਨਿਆਵੀ ਨਹੀਂ। ਮਾਧੋ ਹੇ ਮਾਇਆ ਦੇ ਪਤੀ ਵਾਹਿਗੁਰੂ ਅਕਾਲ ਪੁਰਖ, ਜਾਂ ਕੋ ਹੈ ਆਸ ਤੁਮਾਰੀ, ਜਿਸ ਨੂੰ ਤੇਰੀ ਆਸ ਏ, ਤਾਂ ਕੋ ਕਛ ਨਾਹੀ ਸੰਸਾਰੀ। ਉਹ ਸੰਸਾਰੀ ਬਿਰਤੀ ਤੋਂ ਉੱਪਰ ਉੱਠ ਜਾਂਦਾ ਹੈ, ਸੰਸਾਰ ਦੇ ਵਿੱਚ ਉਹਦਾ ਮੋਹ ਨਹੀਂ ਰਹਿੰਦਾ। ਉਸ ਨੂੰ ਇਹ ਹੁੰਦੀ ਕਿ ਵਾਹਿਗੁਰੂ ਅਕਾਲ ਪੁਰਖ ਕਦੋਂ ਤੇਰੇ ਦਰਸ਼ਨ ਹੋਣ, ਕਦੋਂ ਤੇਰੇ ਨਾਲ ਮਿਲਾਪ ਹੋਵੇ। ਜਿਹਦੀ ਇਹ ਆਸ ਹੋਗੀ ਤੇ ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਆਸ ਪੂਰਨ ਕਰਨ ਵਾਸਤੇ ਉਹਦੇ ਨਾਲ ਮਿਲਾਪ ਵੀ ਆਪ ਕਰਦੇ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ, ਨਾਨਕ ਪਿਆਸ ਲੱਗੀ ਹਰ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰਜਾਮੀ। ਜਿਹਨੂੰ ਉਹਦੇ ਦਰਸ਼ਨਾਂ ਦੀ ਆਸ ਹੋਗੀ, ਉਹਨੂੰ ਸੰਸਾਰੀ ਚੀਜ਼ ਕੋਈ ਪਾਉਂਦੀ ਨਹੀਂ, ਉਹਦੀ ਸੰਸਾਰੀ ਮੰਗ ਜਿਹੜੀ ਏ ਨਹੀਂ ਹੁੰਦੀ। ਇੱਥੇ ਤੱਕ ਕਿ ਉਹ ਆਪਣੀ ਆਰਜ਼ੂ ਵੀ ਲੰਮੀ ਨਹੀਂ ਚਾਹੁੰਦਾ ਕਿ ਮੇਰੀ ਉਮਰਾਂ ਜਿਹੜੀ ਏ ਉਹ ਲੰਮੀ ਹੋਵੇ, ਬਹੁਤੇ ਚਿਰ ਜੀਵਾਂ। ਉਹਦੀ ਇਹ ਹੁੰਦੀ, ਸਤਿਗੁਰੂ ਕਿਹੜੇ ਵੇਲੇ ਤੁਸੀਂ ਸੱਦੋਗੇ, ਕਦੋਂ ਤੁਹਾਡੇ ਵਿੱਚ ਆ ਕੇ ਮਿਲ ਜਾਣਾ। ਸਾਹਿਬ ਜੀ ਕਹਿੰਦੇ, ਉਹ ਸੰਸਾਰ ਤੋਂ ਉੱਪਰ ਸੰਸਾਰੀ ਬੰਦੇ ਦੀ ਬਿਰਤੀ ਹੋ ਰਹੀ। ਸੰਸਾਰੀ ਕਦੀ ਸੁਖੀ ਨਹੀਂ ਹੋ ਸਕਦਾ, ਕਿੱਡਾ ਵੱਡਾ ਹੋ ਜਾਵੇ। ਆਪਾਂ ਸਤਿਗੁਰ ਸਾਹਿਬ ਜੀ ਦਾ ਪ੍ਰਬੰਧ ਪੜ੍ਹਦੇ ਹਾਂ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਦੀ ਬਿਰਤੀ ਵਾਲਾ ਹਮੇਸ਼ਾ ਦੁਖੀ ਹੋਵੇਗਾ, ਕਦੀ ਉਹ ਸੁਖੀ ਨਹੀਂ, ਕਿੱਡਾ ਵੱਡਾ ਹੋ ਜਾਵੇ। ਇਸ ਪ੍ਰਮਾਣ ਦੀ ਪਹਿਲੀ ਪੰਕਤੀ ਹੈ, ਸਹੰਸਰਦਾਨ ਦੇ ਇੰਦਰ ਰਵਾਇਆ, ਪਰਸ਼ਰਾਮ ਰੋਵੇ ਕਰ ਆਇਆ। ਵੀ ਵੱਡਾ ਦੇਵਤਾ ਹਿੰਦੂ ਮਤ ਵਿੱਚ ਮੰਨਿਆ ਗਿਆ ਕਿ ਬਹੁਤ ਵੱਡਾ ਦੇਵਤਾ ਹੈ,
और दानी बहुत वड्डा मन्निया गया है, लेकिन सुखी नीरो तां रहा कि दुखी है। संसारी कदी सुखी नहीं होंदा। सतगुरु उस संसार तो उपर उठ जाता है, संसारी चीज़ों दी खाशां तो ओदियां पूर देना, खत्म कर देना। जिमें मेरे उस्ताद जी जिहड़ा सतगुरु साहब धन गुरु रामदास साहब का प्रमाण है, इच्छा पूरक सर्ब सुख दाता हर, कि वो इच्छा पूर ही दिंदा। जिवें खूह पूर दी है, खूह खत्म हो गया, इवें ऐसी किरपा करता है कि मन के अंदर इच्छा ही वो खत्म हो गई कि तू वाहिगुरु अकाल पुरख उस नूं मिल गया। तो सतगुरु फिर तू मिल गया, जां को तुम भये समरथ अंगा। हे समरथ वाहिगुरु, जिदे तू अंग संग सहाई हो गया। गुरमुखी लिपि और गुरमुखी दियां जिहड़े मात्रा ने, बहुतात जिहड़ी साडी बाणी दी सेध विचार दी वो मात्रा च मिल जाती है। अर्थ हुण की अंग संग कोई सहायक हो सकता है? सतगुरां दी इलाही बाणी च एक अल्फाज पावन पवित्र शब्द आउंदा है, साथी। दुनिया का कोई मनुख प्यो पुत का साथी नहीं हो सकता, भरा भरा का साथी नहीं हो सकता। मान लो एक भरा इत्थे बैठा है, दूजा इंडिया बैठा, दूजे शहर बैठा, वो किवें साथी होएगा? कम्यूनिस्ट इज़म वाले जिस दिन इंडिया की धरती ते उन्हां दा कोई साथी चढ़ाई कर जाए, वो कहेंगे साथी सी, पर साथी उहदे नाल निभे। ते सतगुरु साहिब गुरमुखी लिपि दे बख्शे हुए जिहड़े स्वर ने, जे इन्हां विचों ही इसकी विचार लभी जाए, सस्से नूं कन्ना लगा होया, थत्थे नूं बिहारी लगी हुई है। जिहड़ा कन्ना है ये ऐड़े का स्वर है, और जिहड़ी बिहारी है वो ईड़ी का स्वर है। कन्ने दे विचों जे ऐड़े की आवाज़ कढ़ीए और बिहारी दे विचों ईड़ी की आवाज़ कढ़ीए, साथ ही नाल ही, जिहड़ा नाल ही रहने वाला हो, वो केवल वाहिगुरु अकाल पुरख है, क्योंकि तेरे अंदर वसदा तेरे साथी है। इस वास्ते जो तेनू ओदी आस है, वो तेरा साथी है, वो तेरे अंग संग सहायक है, जिसनों वो वाहिगुरु अकाल पुरख समरथ अंग संग सहाई हो गया। उन्होंने कोई कोशिश करे भी इनू कोई कलंक ला दें, ये नहीं हो सकता कि दुनिया च कोई कलंक लाने वाले ना हों। बहुत ऐसे आ, कई प्रचारकों के तो झूठे कलंक ला देंगे आ, पर साहिब जी कहते कोशिश करे कोई लाने की, तां को काश ना ही कलंगा, उन्होंने कोई कलंक नहीं लग सकता। सतगुरु जी तुसी ऐसी किरपा कर दे जिन्होंने तेरी आस हो जाए, ਉਹਦੇ ਹਿਰਦੇ 'ਚ ਵਸਦੇ ਜੇ, ਜਾਂ ਕਾ ਹਿਰਦੇ ਠਾਕੁਰ ਹੋਏ। ਜਿਹਦੇ ਹਿਰਦੇ ਵਿੱਚ ਸਤਿਗੁਰ ਸਾਹਿਬ ਜੀ ਆਸ ਤੁਹਾਡੀ ਕੀਤੀ ਹੈ, ਜਿਹਦੇ ਹਿਰਦੇ ਵਿੱਚ ਆ ਕੇ ਤੁਸੀਂ ਵਾਸਾ ਕਰ ਲਿਆ ਹੈ, ਤਾਂ ਕੋ ਸਹਸਾ ਨਾ ਹੀ ਕੋਏ, ਉਹਨੂੰ ਕੋਈ ਸੰਸਾ, ਉਹਨੂੰ ਕੋਈ ਫਿਕਰ, ਉਹਨੂੰ ਕੋਈ ਗਮ ਜਿਹੜਾ ਨਹੀਂ ਹੈ, ਕਿਉਂਕਿ ਉਸ ਨੂੰ ਕੋਈ ਚਿੰਤਾ ਹੀ ਨਹੀਂ ਹੈ। ਉਸ ਨੂੰ ਪਤਾ ਕਿ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਹੈ, ना मैनू किसी का मौत का भै का डर इनू कोई मार सकता है। इस वास्ते सतगुरु ओदी सारी चिंता, उन्होंने संसा कोई नहीं, वो बेप्रवाह वाहिगुरु अकाल पुरख बेप्रवाह है, तो वह इस दुनिया के विच वरपा करता है। जां को तुम दीनी प्रभ धीर, सतगुरु जिसनों तू ही धीर, जिसनों टिका दे दिता, उन्होंने आखे कोई डोल जाए। दुनिया का इतिहास पढ़ोगे, पीर पैगंबर ऋषि मुनि मौत नूं वेख के डोले होए आ, कंबे होए आ, विरलाप पे होए आ, पर जिथे सतगुरु साहिब जी ने आप प्रैक्टिकल करके दिखाया, और गुरु के सिखां दा एदा ढिर टिक्या होया सी कि जे पुत बड़ा प्यारा हुंदा है। भाई शाहबाज सिंह, भाई शवेक सिंह मौलवी ने आख्या ही तेरा इको एक पुत्र इनू बचा ला, कह लेंगे नहीं सजना, ये नहीं हो सकता कि मैं पुत नूं बचाउण वास्ते सिक्खी गवा दियां। हम कारण गुरकुल गवाई, हम कुल राखे कौन वडाई। इन्ना धी टिकिया हुंदा जिन्हों तू धीरी दे देवैं, उन्होंने इहो जिहे जलाद सामने खड़े होण ते उन्होंने आखे कोई डोल जाए नहीं, उहदा टिका बहुत वड्डा है। पर उस नूं कोई पीड़ भी लगे तां कह निकट ना आवे पीर, कोई आखे कि उन्होंने कोई पीड़ लग जाए, ये भी नहीं हो सकता।
दुनिया वेख के कंबदी है। बड़े गुरमुख प्यारिਆਂ ने इतिहास के मुताबिक लिखिया हुआ जिथे आके दुनिया तरह तरह की उन्होंने पीढ़ियों धी टका लिखिया होया है। 4 पंक्तियां भाई सती दास ने लिखिया ने कि जदों भाई मती दास जी भाई दयाला शहीद हो चुके सी ते भाई सती दास जी नूं रूह दे विच लपेट के तेल दे विच पा दिता। जो साड़िया गया उन्हां दी चमड़ी भुजी आंदरां बाहर नूं आईयां। वेखण वाली लुकाई जिहड़ी सी ना वो कम गई। सती दास का हुक्म होया भुन्नो होलां दे वांग फरमा। सती दास के जिसम नूं अग लाई ते भुन्नो होलां दे वांग फरमान होया। कि जिसम नूं अग ला के फतवा सी कि इन्हूं जिवें होलां पनछोने खेतां विच भुनदे हुंदे सी इवें दे सीर नूं भुनना है। भुजी चमड़ी ते आंदरां बाहर आईयां ऐ पर सिख दा सिदक बलवान होया। जदों उहदी चमड़ी भुजी आंदरां बाहर नूं आके लटकण लगियां लेकिन सिख दा सिदक जिहड़ा सी वो बलवान सी। वो गा रहा सी केतियां दूख भूख सदमार यह पेदात तेरी दातार। दृश्य देख के कंबी लुकाई सारी भाणा मनना सिक्खी दी शान होया। लिखी दिल्ली दे विच तरीख यारो गली यार दी विच खालसा प्रवान होया। साहिब जी कहें सच्चे पातशाह उन्होंने कोई पीड़ नहीं व्यापदी। कहो नानक मैं सो गुर पाया। हे सतगुर गुरु नानक साहब महाराज साहब इलाही जोत पाउंदी कि मैं वो गुरु पाया अकाल पुरख पार ब्रह्म पूर्ण दिखाया। कि हुण मैनू वो वाहिगुरु जिस पासे भी देखा मैनू वाहिगुरु वो अकाल पुरख नाल है। उहदे दर्शन होंदे वो मेरे नाल है ते हुण मैनू किसी का कोई डर नहीं। जिहड़ी मेरी आस सीगी वो पूर्ण हो गई है। तो जिसनों आस ओदी है ओदे ए लोक सुखीए परलोक सुहेले नानक हार प्रभ आपे मेले। सतगुरु साहिब जी ने कृपा करके इलाही प्रमाण की संखेप च विचार कराई। विचारा करदियां बहुत भुलां होईयां। सतगुरु साहिब जी गुरु की संगत अणजान बच्चा जान के माफ़ करियो। कहो नानक मैं सो गुर पाया पार ब्रह्म पूर्ण देखाया। वाहिगुरु जी का खालसा वाहिगुरु जी की फतेह। रामकली महला तीजा आनंद एक ओंकार सत